ਹੁਣ ਅਗਰ ਇਨਸਾਨ ਤੋਂ ਜਾਣੇ ਅਣਜਾਣੇ ਕੁਝ ਐਸੇ ਕਰਮ ਹੋ ਜਾਂਦੇ ਹੈ ਜੋ ਉਹਦੇ ਜੀਵਨ 'ਚ ਦੁੱਖ ਲੈ ਕੇ ਆਉਂਦੇ ਹੈ, ਜੋ ਉਹਦੇ ਜੀਵਨ 'ਚ ਪਰੇਸ਼ਾਨੀਆਂ ਲੈ ਕੇ ਆਉਂਦੇ ਹੈ, ਤਾਂ ਫਿਰ ਉਹਨਾਂ ਕਰਮਾਂ ਤੋਂ ਮੁਕਤੀ ਕਿੱਦਾਂ ਮਿਲਦੀ ਹੈ? ਸਮਝਣਾ ਜ਼ਰਾ ਸਾਰਿਆਂ ਨੇ। ਜਿਸ ਤਰ੍ਹਾਂ ਸਮਝ ਲਓ ਕਿ ਇੱਕ ਜ਼ਮੀਨ ਹੈ, ਉਸ ਜ਼ਮੀਨ ਦੇ ਵਿੱਚ ਮਲੇ ਹੈ, ਮਲੇ ਸਮਝਦੇ ਹੋ ਨਾ, ਜਿੱਥੇ ਕੰਡੇ ਕੰਡੇ ਹੁੰਦੇ ਆ, ਐਸੇ ਝਾੜ ਬੂਝੇ ਆ ਜਿਹਨਾਂ ਨੂੰ ਕੰਡੇ ਲੱਗੇ ਹੁੰਦੇ ਆ। ਕੁਝ ਐਸੀਆਂ ਬੇਰੀਆਂ ਛੋਟ ਛੋਟੀਆਂ, ਕਿਉਂਕਿ ਇੱਕ ਤਾਂ ਉਹ ਬੇਰੀ ਹੁੰਦੀ ਜਿਹੜੀ ਪੇੜ ਦੀ ਤਰ੍ਹਾਂ ਹੁੰਦੀ ਹੈ, ਪਰ ਕੁਝ ਬੇਰ ਇਦਾਂ ਦੇ ਵੀ ਸੀ ਕਿ ਬਚਪਨ 'ਚ ਉਹਨਾਂ ਤੋਂ ਬੇਰ ਤੋੜ ਕੇ ਅਸੀਂ ਖਾਂਦੇ ਹੁੰਦੇ ਸੀ, ਤੁਸੀਂ ਵੀ ਕਦੀ ਖਾਂਦੇ ਹੋਣੇ ਆ। ਉਹ ਬੇਰੀਆਂ ਜਿਹਦੇ 'ਚ ਕੰਡੇ ਕੰਡੇ ਹੁੰਦੇ ਸੀ। ਸੋ ਅਗਰ ਇੱਕ ਜ਼ਮੀਨ ਦਾ ਟੁਕੜਾ ਜਿੱਥੇ ਐਸੇ ਝਾੜ ਫੂਸ ਹੈ ਜਿਹਨੂੰ ਕੰਡੇ ਹੀ ਕੰਡੇ ਹੈ, ਅਗਰ ਉਹਨੂੰ ਅਸੀਂ ਮੁਕਤ ਕਰਨਾ ਹੈ ਤਾਂ ਕਹਿੰਦੇ ਉੱਥੇ ਥੋੜੀ ਜਿਹੀ ਨਾ ਚੰਗਿਆੜੀ ਲਾ ਦਿਓ ਅੱਗ ਦੀ, ਉਹ ਅੱਗ ਲੱਗ ਗਈ ਤਾਂ ਥੋੜੀ ਦੇਰ 'ਚ ਹੀ ਸਾੜ ਕੇ ਸੁਆਹ ਕਰ ਦੇਗੀ, ਕਿਉਂਕਿ ਜੋ ਉਸ ਜ਼ਮੀਨ ਦੇ ਅੰਦਰ ਉਗਿਆ ਹੋਇਆ ਹੈ ਉਹ ਉਸ ਅਗਨੀ ਨਾਲ ਸੜ ਕੇ ਸੁਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਇੱਥੇ ਸੰਤ ਪਲਟੂ ਦਾਸ ਇਹੀ ਇਸ਼ਾਰਾ ਕਰ ਰਹੇ ਹੈ ਕਿ ਸਤਸੰਗ ਦੇ ਅੰਦਰ ਵੀ ਉਹ ਗਿਆਨ ਦੀ ਅਗਨੀ ਹੈ ਕਿ ਅਗਰ ਤੂੰ ਸਤਸੰਗ ਦੇ ਵਿੱਚ ਬੈਠੇਗਾ ਤਾਂ ਪਿੱਛੇ ਜੋ ਤੇਰੇ ਕਰਮ ਹੈ ਜਿਨ੍ਹਾਂ ਕਰਕੇ ਅੱਜ ਤੂੰ ਦੁਖੀ ਹੈ, ਅਗਰ ਤੂੰ ਸਤਸੰਗ ਦੇ ਵਿੱਚ ਆ ਕੇ ਬੈਠਦਾ ਹੈ ਤਾਂ ਸਤਸੰਗ ਉਹੀ ਕੰਮ ਕਰਦਾ ਹੈ ਕਿ ਤੇਰੇ ਪਿਛਲੇ ਕਰਮਾਂ ਦੇ ਜੋ ਕੰਡੇ ਹੈ ਨਾ, ਜਿਨ੍ਹਾਂ ਦੇ ਕਰਕੇ ਅੱਜ ਤੂੰ ਪੀੜਾ ਪਾ ਰਿਹਾ ਹੈ, ਉਹ ਉਹਨਾਂ ਕੰਡਿਆਂ ਨੂੰ ਸਾੜ ਕੇ ਸੁਆਹ ਕਰਦਾ ਹੈ। ਉਹ ਸਤਸੰਗ ਰੂਪੀ ਗਿਆਨ ਦੀ ਅਗਨੀ। ਹੁਣ ਸਮਝਣ ਵਾਲੀ ਗੱਲ ਹੈ ਕਿ ਜੋ ਪਿਛਲੇ ਕੰਡੇ ਸੀ ਉਹ ਤਾਂ ਸੜ ਕੇ ਸੁਆਹ ਹੋ ਗਏ, ਪਰ ਅੱਗੇ ਤੋਂ ਉਹ ਕਰਮ ਨਾ ਕੀਤੇ ਜਾਣ ਕਿ ਦੁਬਾਰਾ ਕੰਡਿਆਂ ਨੂੰ ਉੱਗਣ ਦਾ ਮੌਕਾ ਮਿਲੇ। ਕਿਉਂਕਿ ਸਮਝਦਾਰ ਕੌਣ ਹੁੰਦਾ ਹੈ ਕਿ ਭਾਈ ਪਹਿਲਾਂ ਤਾਂ ਜਾਣੇ ਅਣਜਾਣੇ 'ਚ ਮੇਰੇ ਤੋਂ ਇਦਾਂ ਦੇ ਕਰਮ ਹੋ ਗਏ ਕਿ ਅੱਜ ਮੈਂ ਦੁੱਖ ਪਾ ਰਿਹਾ ਹਾਂ, ਪਰ ਹੁਣ ਜੇ ਸਤਸੰਗ ਵਿੱਚ ਆ ਕੇ ਬੈਠੇ ਹਾਂ, ਉਹ ਪਿਛਲੀ ਸਫਾਈ ਹੋਈ ਹੈ, ਤਾਂ ਹੁਣ ਅਗਲਾ ਕਰਮ ਕੀ ਹੈ ਕਿ ਸਤਸੰਗ 'ਚੋਂ ਜੋ ਗਿਆਨ ਮਿਲਦਾ ਹੈ ਨਾ, ਉਹ ਗਿਆਨ ਨੂੰ ਆਪਣੇ ਜੀਵਨ 'ਚ ਉਤਾਰਨਾ ਹੈ ਔਰ ਅੱਗੇ ਤੋਂ ਉਹ ਬੀਜ ਬੋਣੇ ਹੈ ਜਿਨ੍ਹਾਂ ਫਲਾਂ ਦੀ ਸਾਨੂੰ ਜੀਵਨ 'ਚ ਜ਼ਰੂਰਤ ਹੈ। ਜਿੱਦਾਂ ਫਰਜ਼ ਕਰੋ ਜੇ ਕੋਈ ਕਹਿੰਦਾ ਹੈ ਕਿ ਮੈਨੂੰ ਖੁਸ਼ੀਆਂ ਚਾਹੀਦੀਆਂ ਹੈ, ਮੇਰੇ ਜੀਵਨ 'ਚ ਖੁਸ਼ੀਆਂ ਆਣ, ਤਾਂ ਫਿਰ ਬੀਜ ਵੀ ਸਾਨੂੰ ਖੁਸ਼ੀਆਂ ਦੇ ਹੀ ਅੱਜ ਬੋਣੇ ਪੈਣੇ ਹੈ, ਕਿਉਂਕਿ ਪਿੱਛੇ ਤਾਂ ਹੋ ਗਿਆ। ਉਹ ਹੁਣ ਸਤਸੰਗ 'ਚ ਆਉਣ ਨਾਲ ਉਹ ਤੋਂ ਮੁਕਤੀ ਮਿਲ ਗਈ, ਉਹ ਕਰਮ ਕੱਟੇ ਗਏ, ਪਰ ਅੱਗੇ ਤੋਂ ਦੁਬਾਰਾ ਦੁੱਖ ਨਾ ਜੀਵਨ 'ਚ ਆਣ, ਮੈਨੂੰ ਖੁਸ਼ੀਆਂ ਮਿਲਣ, ਤਾਂ ਮੈਨੂੰ ਨੇਕੀ ਦੇ ਬੀਜ, ਅੱਛਾਈ ਦੇ ਬੀਜ ਫਿਰ ਬੋਣੇ ਪੈਣੇ ਹੈ। ਇਸ ਲਈ ਇਹੀ ਇਸ਼ਾਰਾ ਇੱਥੇ ਸੰਤ ਪਲਟੂ ਦਾਸ ਖੋਲ ਕੇ ਦੱਸਦੇ ਹੈ, ਕਿਉਂਕਿ ਹੁਣ ਇਨਸਾਨ ਸੋਚੇਗਾ ਇਹ ਕਰਮ ਕਿੱਦਾਂ ਬਦਲਦੇ ਹੈ, ਕਿ ਇੰਨੀ ਜਲਦੀ ਕਰਮ ਬਦਲ ਜਾਂਦੇ ਹੈ। ਅਸੀਂ ਕਹਾਂਗੇ ਹਾਂ ਕਰਮ ਬਦਲ ਜਾਂਦੇ ਹੈ ਔਰ ਜਲਦੀ ਬਦਲ ਜਾਂਦੇ ਹੈ, ਪਰ ਉਹ ਕਿੱਦਾਂ ਬਦਲਦੇ ਹੈ? ਕਰਮ ਕਿੱਦਾਂ ਬਦਲਦੇ ਆ? ਕਰਮ ਕਹਿੰਦੇ ਕਿਹਨੂੰ ਹੈ? ਕਰਮ ਉਹਨੂੰ ਕਹਿੰਦੇ ਜੋ ਅਸੀਂ ਕਰ ਰਹੇ ਹਾਂ। ਸਮਝਦੇ ਹੋ ਕਿ ਨਹੀਂ? ਜਿੱਦਾਂ ਇੱਕ ਬੰਦਾ ਸਿਮਰਨ ਕਰ ਰਿਹਾ ਹੈ ਤਾਂ ਅਸੀਂ ਕਹਾਂਗੇ ਅੱਛਾ ਕਾਰਿਆ ਕਰ ਰਿਹਾ ਹੈ, ਅੱਛਾ ਕਰਮ ਕਰ ਰਿਹਾ ਹੈ, ਔਰ ਇੱਕ ਬੰਦਾ ਝਗੜਾ ਕਰ ਰਿਹਾ, ਗਾਲੀ ਦੇ ਰਿਹਾ, ਅਸੀਂ ਕਹਾਂਗੇ ਬੁਰਾ ਕਰਮ ਕਰ ਰਿਹਾ, ਕਿਉਂਕਿ ਸਿਮਰਨ ਕਰਨ ਨਾਲ ਸ਼ਾਂਤੀ ਆਉਂਦੀ ਹੈ, ਤਾਂ ਝਗੜਾ ਕਰਨ ਨਾਲ ਅਸ਼ਾਂਤੀ ਆਉਂਦੀ ਹੈ, ਜੀਵਨ 'ਚ ਦੁੱਖ ਆਉਂਦੇ ਹੈ। ਹੁਣ ਇੱਕ ਬੁਰਾ ਕਰਮ ਕਰ ਰਿਹਾ ਹੈ, ਉਹ ਦੁੱਖ ਨੂੰ ਲੈ ਕੇ ਆ ਰਿਹਾ ਹੈ, ਇੱਕ ਅੱਛਾ ਕਰਮ ਕਰ ਲਿਆ, ਆਪਣੀ ਤਰਫੋਂ ਖੁਸ਼ੀ ਨੂੰ, ਆਨੰਦ ਨੂੰ, ਸ਼ਾਂਤੀ ਨੂੰ ਲੈ ਕੇ ਆ ਰਿਹਾ ਹੈ। ਇਸ ਲਈ ਸਤਸੰਗ ਵਿੱਚ ਬਹਿ ਕੇ ਇਹੀ ਕਲਾ ਸਿੱਖੀ ਜਾਂਦੀ ਹੈ ਕਿ ਅਗਰ ਮੈਂ ਅੱਜ ਦੁਖੀ ਹਾਂ ਤੇ ਇਹਦਾ ਮਤਲਬ ਕੋਈ ਬੁਰਾ ਕਰਮ ਕੀਤਾ ਸੀ, ਪਰ ਹੁਣ ਜੇ ਮੈਂ ਸਤਸੰਗ 'ਚ ਬਹਿ ਕੇ ਆਪਣੇ ਜੀਵਨ 'ਚ ਬਦਲਾਵ ਲਿਆਵਾਂ, ਆਪਣੀ ਸੋਚ ਵਿੱਚ ਬਦਲਾਵ ਲਿਆਵਾਂ ਕਿ ਅੱਜ ਤੋਂ ਮੈਂ ਬੁਰਾ ਕਰਮ ਨਹੀਂ ਕਰਨਾ, ਅੱਜ ਤੋਂ ਮੈਂ ਅੱਛਾ ਕਰਮ ਕਰਨਾ, ਤਾਂ ਕਰਮ ਬਦਲਦੇ ਕਿ ਨਹੀਂ ਫਿਰ? ਕਿਉਂਕਿ ਪਹਿਲਾਂ ਬੁਰਾ ਸੋਚਿਆ ਸੀ। ਜਿੱਦਾਂ ਹੁਣ ਫਰਜ਼ ਕਰੋ ਇੱਕ ਆਦਮੀ ਸਤਸੰਗ 'ਚ ਆਉਣ ਤੋਂ ਪਹਿਲਾਂ ਮਨ 'ਚ ਸੋਚਦਾ ਹੈ ਕਿ ਅੱਜ ਸ਼ਾਮ ਨੂੰ ਠੇਕੇ ਤੇ ਜਾ ਕੇ ਨਾ ਦਾਰੂ ਪੀਣੀ ਹੈ। ਉਦਾਹਰਨ ਦੇ ਰਹੇ ਇੱਕ, ਕਿਉਂਕਿ ਹਾਲੇ ਤੱਕ ਉਹ ਸਤਸੰਗ 'ਚ ਨਹੀਂ ਗਿਆ। ਹੁਣ ਉਹਦਾ ਕਰਮ ਕੀ ਮਨ 'ਚ ਚੱਲ ਰਿਹਾ, ਸੋਚ ਕੀ ਚੱਲ ਰਹੀ ਸੀ ਕਿ ਸ਼ਾਮ ਨੂੰ ਮੈਂ ਆ ਕਰਮ ਕਰਨਾ ਹੈ, ਪਰ ਫਿਰ ਉਹ ਆ ਜਾਂਦਾ ਹੈ ਸਤਸੰਗ ਵਿੱਚ। ਜਦੋਂ ਸਤਸੰਗ 'ਚ ਬਹਿੰਦਾ ਹੈ, ਸਤਸੰਗ ਦਾ ਗਿਆਨ ਉਹਦੇ ਕੰਨਾਂ ਦੇ ਜ਼ਰੀਏ ਹਿਰਦੇ ਤੱਕ ਪਹੁੰਚਦਾ ਹੈ, ਤਾਂ ਫਿਰ ਉਹਨੂੰ ਪਤਾ ਲੱਗਦਾ ਕਿ ਦਾਰੂ ਪੀਣਾ ਮੇਰੀ ਸਿਹਤ ਵਾਸਤੇ ਅੱਛਾ ਨਹੀਂ ਹੈ, ਮੇਰੇ ਜੀਵਨ ਵਾਸਤੇ ਅੱਛਾ ਨਹੀਂ ਹੈ। ਇਸ ਸਤਸੰਗ 'ਚ ਮੈਂ ਸੁਣਿਆ, ਇਸ ਸਤਸੰਗ 'ਚ ਮੈਨੂੰ ਗਿਆਨ ਮਿਲਿਆ, ਹੁਣ ਇਹ ਗਿਆਨ ਮਿਲਿਆ ਤਾਂ ਹੁਣ ਮੈਂ ਜੋ ਪਲੈਨਿੰਗ ਕੀਤੀ ਸੀ ਕਿ ਸ਼ਾਮ ਨੂੰ ਜਾ ਕੇ ਦਾਰੂ ਪੀਣੀ ਹੈ, ਹੁਣ ਮੈਂ ਉਹ ਦਾਰੂ ਪੀਣ ਦੀ ਬਜਾਏ ਜਾ ਕੇ ਰੱਬ ਦਾ ਨਾਮ ਲੈਣਾ ਹੈ। ਹੁਣ ਕਰਮ ਬਦਲ ਗਿਆ ਕਿ ਨਹੀਂ ਉਹਦਾ? ਪਹਿਲਾਂ ਉਹਨੇ ਬੁਰਾ ਕਰਮ ਕਰਨਾ ਸੀ, ਹੁਣ ਉਹ ਠੇਕੇ ਦੀ ਤਰਫ ਜਾਣ ਦੀ ਬਜਾਏ ਘਰ 'ਚ ਬਹਿ ਕੇ ਗੁਰੂਆਂ ਪੀਰਾਂ ਫਕੀਰਾਂ ਦੀ ਤਸਵੀਰ ਅੱਗੇ ਪ੍ਰਾਰਥਨਾ ਕਰਦਾ ਹੈ, 2 ਮਿੰਟ ਸਿਮਰਨ ਕਰਦਾ ਹੈ, ਬੱਚਿਆਂ 'ਚ ਬਹਿ ਕੇ ਹੱਸ ਕੇ ਗੱਲ ਕਰਦਾ ਹੈ। ਤਾਂ ਦੇਖੋ ਜਿੱਥੇ ਬੁਰਾ ਕਰਮ ਕਰਕੇ ਜੀਵਨ 'ਚ ਬੁਰਾਈ ਆਣੀ ਸੀ, ਤਕਲੀਫ ਆਣੀ ਸੀ, ਤੰਦਰੁਸਤੀ ਜਾਣੀ ਸੀ, ਹੁਣ ਉਹਨੇ
ਸੋਚ ਨੂੰ ਬਦਲਿਆ ਸਤਸੰਗ 'ਚ ਬਹਿ ਕੇ ਤਾਂ ਕਰਮ ਅੱਛਾ ਹੋ ਗਿਆ, ਤਾਂ ਅੱਛਾ ਕਰਮ ਉਹਦੇ ਪਰਿਵਾਰ 'ਚ ਖੁਸ਼ੀਆਂ ਲੈ ਕੇ ਆਏਗਾ ਔਰ ਉਹਨੂੰ ਅੱਛੀ ਸਿਹਤ ਵੀ ਦੇਵੇਗਾ। ਇਸ ਲਈ ਸਾਡੇ ਵਿਚਾਰ ਜਦੋਂ ਬਦਲਦੇ ਆ ਤਾਂ ਸਾਡੇ ਕਰਮ ਵੀ ਬਦਲਦੇ ਆ ਕਿ ਨਹੀਂ? ਫਿਰ ਇੱਕ ਆਦਮੀ ਬੜੇ ਗੁੱਸੇ 'ਚ ਜਾ ਰਿਹਾ ਸੀ, ਹੱਥ ਵਿੱਚ ਉਹਦੇ ਤਲਵਾਰ, ਬੜੇ ਗੁੱਸੇ ਜਾ ਰਿਹਾ ਸੀ ਔਰ ਇੰਨੇ ਗੁੱਸੇ 'ਚ ਜਾ ਰਿਹਾ ਕਿ ਅੱਖਾਂ ਲਾਲ ਹੈ ਕਿ ਅੱਜ ਜਿਸ ਤੇ ਮੈਨੂੰ ਕ੍ਰੋਧ ਆਇਆ ਇਹਦੀ ਜਾਨ ਹੀ ਲੈ ਲੈਣੀ ਹੈ। ਇਸ ਤਰ੍ਹਾਂ ਤਲਵਾਰ ਲੈ ਕੇ ਤੁਰਿਆ ਅੱਗੇ। ਉਹ ਮਹਾਤਮਾ ਬੁੱਧ ਆ ਰਹੇ ਹੈ। ਜਦੋਂ ਮਹਾਤਮਾ ਬੁੱਧ ਨੇ ਦੇਖਿਆ ਹੱਥ 'ਚ ਤਲਵਾਰ, ਚਿਹਰਾ ਲਾਲ, ਤਾਂ ਉਸ ਵੇਲੇ ਮਹਾਤਮਾ ਬੁੱਧ ਨੇ ਉਸ ਨੂੰ ਰੋਕਿਆ। ਭਾਈ ਰੁਕ, ਕਿੱਧਰ ਜਾ ਰਿਹਾ ਹੈ, ਕਿੱਧਰ ਜਾ ਰਿਹਾ ਹੈ? ਤਾਂ ਉਸ ਵੇਲੇ ਉਹਨਾਂ ਕਿਹਾ ਮਹਾਤਮਾ ਮੈਨੂੰ ਰੋਕੋ ਨਾ, ਮੈਨੂੰ ਰੋਕੋ ਨਾ, ਇੱਕ ਆਦਮੀ ਹੈ, ਮੈਨੂੰ ਪਤਾ ਲੱਗਾ ਉਸਨੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ, ਬਸ ਉਹਦੀ ਜਾਨ ਲੈਣ ਜਾ ਰਿਹਾ ਹਾਂ ਮੈਂ, ਕਿਉਂਕਿ ਜ਼ਮੀਨ ਪਿੱਛੇ ਝਗੜੇ ਹੋ ਜਾਂਦੇ ਹੈ, ਇਸ ਲਈ ਜਾਨ ਲੈਣ ਜਾ ਰਿਹਾ ਉਹਦੀ। ਤਾਂ ਮਹਾਤਮਾ ਬੁੱਧ ਨੇ ਰੁਕ, ਇੱਕ ਪਲ ਰੁਕ ਕੇ ਮੇਰੀ ਗੱਲ ਸੁਣ ਲੈ, ਫਿਰ ਬੇਸ਼ੱਕ ਜਾਨ ਲੈਣੀ ਤੂੰ ਲੈ ਲਈ, ਕੋਈ ਫਰਕ ਨਹੀਂ ਪੈਂਦਾ। ਤਾਂ ਉਸ ਵੇਲੇ ਉਸਨੇ ਕਿਹਾ ਦੱਸੋ ਫਿਰ, ਜਲਦੀ ਦੱਸੋ, ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈ, ਕਿਉਂਕਿ ਜਦ ਤੱਕ ਮੈਂ ਉਹਦਾ ਖੂਨ ਨਹੀਂ ਪੀ ਲੈਣਾ, ਉਹਦੀ ਜਾਨ ਨਹੀਂ ਲੈ ਲੈਣੀ, ਉਹਦੀ ਗਰਦਨ ਨਹੀਂ ਕੱਟ ਦੇਣੀ, ਮੈਨੂੰ ਚੈਨ ਨਹੀਂ ਆਣੀ। ਬੜੇ ਕ੍ਰੋਧ ਵਿੱਚ ਸੀ। ਤਾਂ ਮਹਾਤਮਾ ਬੁੱਧ ਨੇ ਕਿਹਾ ਰੁਕ, ਫਿਰ ਜ਼ਿਆਦਾ ਸਮਾਂ ਨਹੀਂ ਅਸੀਂ ਲੈਣਾ, ਬਸ ਰੁਕ। ਹੁਣ ਜਿੱਦਾਂ ਹੀ ਮਹਾਤਮਾ ਬੁੱਧ ਕੋ ਰੁਕਿਆ, ਕਹਿੰਦੇ ਸਾਡਾ ਚਿਹਰਾ ਦੇਖ, ਪਹਿਲਾਂ ਸਾਡੀ ਤਰਫ ਦੇਖ, ਕਿਉਂਕਿ ਇਸ ਵੇਲੇ ਤੇਰੀਆਂ ਅੱਖਾਂ 'ਚ ਇੱਕ ਜਨੂਨ ਹੈ, ਗੁੱਸਾ ਹੈ, ਕ੍ਰੋਧ ਹੈ, ਤੂੰ ਮੇਰੀ ਤਰਫ ਦੇਖ ਹੀ ਨਹੀਂ ਰਿਹਾ, ਸਾਡੀ ਤਰਫ ਦੇਖ। ਵਾਕਈ ਜਦੋਂ ਬੰਦੇ ਨੂੰ ਕ੍ਰੋਧ ਹੋਵੇ ਤਾਂ ਧਿਆਨ ਤਾਂ ਉਹਦਾ ਕਿਤੇ ਹੋਰ ਹੀ ਹੁੰਦਾ, ਬੋਲੋ ਤੁਸੀਂ ਕੀ ਬੋਲਣਾ, ਪਰ ਮੈਂ ਉੱਧਰ ਜਾਣਾ ਹੈ। ਪਰ ਜਿੱਦਾਂ ਹੀ ਉਹਦੀ ਨਜ਼ਰ ਮਹਾਤਮਾ ਬੁੱਧ ਦੇ ਚਿਹਰੇ ਤੇ ਗਈ, ਮਹਾਤਮਾ ਬੁੱਧ ਮੁਸਕਰਾ ਰਹੇ ਸੀ, ਔਰ ਜਿੱਦਾਂ ਹੀ ਉਹ ਮੁਸਕਰਾਉਂਦਾ ਹੋਇਆ ਚਿਹਰਾ ਦੇਖਿਆ ਨਾ, ਤੇ ਇਹੀ ਕਹਿੰਦੇ ਕਿ ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਦੀ ਨਜ਼ਰ 'ਚ ਵੀ ਬੜਾ ਅਸਰ ਹੁੰਦਾ ਹੈ। ਮਹਾਤਮਾ ਬੁੱਧ ਦੀ ਨਜ਼ਰ ਨਾਲ ਉਹਦੀ ਨਜ਼ਰ ਟਕਰਾਈ ਤਾਂ ਥੋੜੀ ਸ਼ਾਂਤੀ ਮਿਲੀ। ਮਹਾਤਮਾ ਬੁੱਧ ਨੇ ਸ਼ਾਂਤ, ਬੇਟਾ ਸ਼ਾਂਤ, ਕੀ ਕਰੇਗਾ? ਇੱਕ ਗੱਲ ਦਾ ਜਵਾਬ ਦੇ, ਤੂੰ ਕ੍ਰੋਧ 'ਚ ਜਾ ਕੇ ਉਹਦਾ ਕਤਲ ਕਰੇਗਾ, ਉਹਦੇ ਕਤਲ ਕਰਨ ਤੋਂ ਬਾਅਦ ਕੀ ਹੋਏਗਾ ਜਰਾ ਸੋਚ। ਅੱਜ ਤੇਰੇ ਘਰ 'ਚ ਕੌਣ ਹੈ? ਕਹਿੰਦਾ ਜੀ ਮੇਰੀ ਪਤਨੀ ਹੈ, ਮੇਰੇ ਬੱਚੇ ਹੈ। ਕਹਿੰਦੇ ਹੁਣ ਇੱਕ ਗੱਲ ਦੱਸ, ਤੂੰ ਉਹਦਾ ਕਤਲ ਕਰੇਗਾ, ਕਤਲ ਤੋਂ ਬਾਅਦ ਇਹ ਗੱਲ ਰਾਜੇ ਦੇ ਮਹਿਲ ਤੱਕ ਜਾਏਗੀ, ਫਿਰ ਰਾਜਾ ਤੈਨੂੰ ਕੀ ਦੇਗਾ? ਜਾਂ ਫਾਂਸੀ ਜਾਂ ਫਿਰ ਉਮਰ ਕੈਦ ਦੀ ਸਜ਼ਾ। ਕੀ ਹੋਏਗਾ? ਔਰ ਫਿਰ ਤੇਰੇ ਬੱਚਿਆਂ ਦਾ ਕੀ ਬਣੂਗਾ? ਤੇਰੀ ਪਤਨੀ ਦਾ ਕੀ ਬਣੇਗਾ? ਤੂੰ ਦੱਸਿਆ ਮੇਰੇ ਛੋਟੇ ਛੋਟੇ ਬੱਚੇ ਹੈ, ਉਹ ਅੱਜ ਸਿਰਫ ਜ਼ਮੀਨ ਦੇ ਕਰਕੇ ਤੂੰ ਉਹ ਕਰਮ ਕਰ ਰਿਹਾ ਹਾਂ। ਜਰਾ ਬੱਚਿਆਂ ਨੂੰ ਪੁੱਛ ਕੇ ਦੇਖ, ਉਹਨਾਂ ਨੂੰ ਜ਼ਮੀਨ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਆਪਣੇ ਬਾਪ ਦੀ ਜ਼ਿਆਦਾ ਜ਼ਰੂਰਤ ਹੈ? ਸਮਝਦੇ ਹੋ ਕਿ ਨਹੀਂ? ਕਿਉਂਕਿ ਜ਼ਮੀਨ ਗਈ ਵਾਪਸ ਆ ਜਾਂਦੀ ਹੈ, ਪਰ ਜੇ ਬਾਪ ਨੂੰ ਫਾਂਸੀ ਹੋ ਗਈ, ਕਰਮ ਇਦਾਂ ਦਾ ਕਰ ਰਿਹਾ ਹੈ, ਜੇ ਉਮਰ ਕੈਦ ਦੀ ਸਜ਼ਾ ਹੋ ਗਈ, ਤਾਂ ਬੱਚੇ ਕਿੱਥੋਂ ਪਿਤਾ ਲੈਣਗੇ? ਪਤਨੀ ਕਿੱਥੋਂ ਆਪਣੇ ਪਤੀ ਨੂੰ ਲੱਭੇਗੀ? ਉਹਨਾਂ ਦਾ ਰਿਜ਼ਕ ਕਿੱਦਾਂ ਚੱਲੇਗਾ? ਗੁਜ਼ਾਰਾ ਕਿੱਦਾਂ ਚੱਲੇਗਾ ਉਹਨਾਂ ਦਾ? ਸੋਚ ਜ਼ਰਾ, ਪਹਿਲਾਂ ਵਿਚਾਰ ਕਰਕੇ ਜਵਾਬ ਦੇ, ਫਿਰ ਤੂੰ ਜਾਈਂ। ਹੁਣ ਜਦੋਂ ਸੋਚਣ ਨੂੰ ਗਿਆ ਨਾ ਮਹਾਤਮਾ ਬੁੱਧ ਨੇ, ਤਾਂ ਜਦੋਂ ਸੋਚਿਆ, ਹੁਣ ਜਰਾ ਗੌਰ ਕਰਕੇ ਦੇਖਣਾ ਕਿ ਜਿਹੜਾ ਇਨਸਾਨ ਕਹਿੰਦਾ ਨਾ ਇਹਨੂੰ ਕਤਲ ਕਰ ਦੇਣਾ, ਉਹ ਗੁੱਸੇ ਵਿੱਚ, ਜਜ਼ਬਾਤ ਵਿੱਚ ਇਦਾਂ ਹੁੰਦਾ ਕਿ ਉਹਦੀ ਬੁੱਧੀ ਬਿਲਕੁਲ ਖਤਮ ਹੋ ਜਾਂਦੀ ਹੈ, ਜਾ ਕੇ ਛੁਰੀ ਪੇਟ 'ਚ ਮਾਰ ਦਿੰਦਾ ਹੈ ਜਾਂ ਅਗਲੇ ਨੂੰ ਖਤਮ ਕਰ ਦਿੰਦਾ ਹੈ। ਪਰ ਬਾਅਦ ਚੋਂ ਜਦੋਂ ਸਾਰੀ ਜ਼ਿੰਦਗੀ ਜੇਲ੍ਹ 'ਚ ਬੈਠਣਾ ਪੈਂਦਾ ਹੈ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੁੰਦੀ, ਤਾਂ ਫਿਰ ਪਛਤਾਉਂਦਾ ਕਿ ਮੈਂ ਕਾਸ਼ ਉਸ ਲਈ ਥੋੜਾ ਜਿਹਾ ਵਿਚਾਰ ਕੀਤਾ ਹੁੰਦਾ ਤਾਂ ਅੱਜ ਮੇਰਾ ਆਹ ਨੁਕਸਾਨ ਨਹੀਂ ਹੋਣਾ ਸੀ। ਜਿਸ ਲਈ ਮਹਾਤਮਾ ਬੁੱਧ ਨੇ ਇੰਨੀ ਗੱਲ ਕਹੀ ਤਾਂ ਥੋੜਾ ਜਿਹਾ ਰੁਕਿਆ। ਉਹ ਕਹਿੰਦਾ ਮਹਾਰਾਜ ਇਹਦੇ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ, ਬਸ ਮੈਨੂੰ ਕਿਸੇ ਨੇ ਦੱਸਿਆ, ਮੈਂ ਤਾਂ ਤਲਵਾਰ ਲੈ ਕੇ ਨਿਕਲ ਪਿਆ। ਪਤਨੀ ਬਾਰੇ, ਬੱਚਿਆਂ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ, ਆਪਣੀ ਜ਼ਿੰਦਗੀ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ। ਮਹਾਤਮਾ ਬੁੱਧ ਕਹਿੰਦੇ ਸੋਚ ਫਿਰ, ਬਾਕੀ ਜੇ ਮਸਲਾ ਆਇਆ ਹੈ ਤਾਂ ਤਲਵਾਰ ਨਾਲ ਨਹੀਂ, ਜੇ ਤੇਰਾ ਹੱਕ ਹੈ ਤਾਂ ਰਾਜੇ ਕੋ ਜਾ ਕੇ ਉਹਨੂੰ, ਜਿੱਦਾਂ ਆਪਾਂ ਕਹਿੰਦੇ ਨਾ ਐਪਲੀਕੇਸ਼ਨ ਦੇ, ਜਾ ਕੇ ਉਸ ਨੂੰ ਦੱਸ, ਜੇ ਤੇਰਾ ਹੱਕ ਹੈ ਤਾਂ ਤੈਨੂੰ ਜ਼ਰੂਰ ਮਿਲੇਗਾ। ਇਦਾਂ ਖੂਨ ਖਰਾਬੇ ਨਾਲ, ਝਗੜੇ ਨਾਲ ਕੁਝ ਨਹੀਂ ਹੁੰਦਾ। ਜਦੋਂ ਇੰਨੀ ਗੱਲ ਮਹਾਤਮਾ ਬੁੱਧ ਨੇ ਕਹੀ ਨਾ, ਹੱਥ ਜੋੜ ਲਏ, ਤਲਵਾਰ ਸੁੱਟ ਦਿੱਤੀ, ਚਰਨ ਫੜ ਲਏ, ਕਹਿੰਦੇ ਮਹਾਰਾਜ ਅੱਜ ਤੁਸੀਂ ਮੈਨੂੰ ਹੀ ਨਹੀਂ ਮੇਰੇ ਪਰਿਵਾਰ ਨੂੰ ਵੀ ਬਚਾ ਲਿਆ, ਕਿਉਂਕਿ ਮੈਂ ਤਾਂ ਕ੍ਰੋਧ ਵਿੱਚ ਗਲਤੀ ਕਰੀ ਜਾਣੀ ਸੀ, ਪਰ ਤੁਹਾਡਾ ਦਰਸ਼ਨ ਹੋਣ ਦੇ ਨਾਲ, ਤੁਹਾਡੇ ਵਚਨਾਂ ਨਾਲ, ਇਹ ਗਿਆਨ ਦੇ ਨਾਲ ਮੇਰਾ ਕ੍ਰੋਧ ਵੀ ਸ਼ਾਂਤ ਹੋ ਗਿਆ। ਤਾਂ ਹੁਣ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਹੱਕ ਲੈਣਾ ਤਾਂ ਲੈਣਾ ਕਿੱਦਾਂ ਹੈ। ਔਰ ਵਾਕਈ ਫਿਰ ਮਹਾਤਮਾ ਬੁੱਧ ਦੀ ਗੱਲ ਮੰਨ ਕੇ ਰਾਜੇ ਨੂੰ ਜਾ ਕੇ ਉਹਨੇ ਐਪਲੀਕੇਸ਼ਨ ਦਿੱਤੀ, ਤਾਂ ਰਾਜੇ ਨੇ ਡਿਊਟੀ ਲਾਈ ਵੀ ਚੈੱਕ ਕਰੋ ਵੀ ਜ਼ਮੀਨ ਕਿਹਦੀ ਹੈ, ਔਰ ਜਿਹਦੀ ਹੈ ਉਹਦਾ ਹੱਕ ਉਹਨੂੰ ਦਵਾਇਆ ਜਾਵੇ, ਤਾਂ ਜਿਹੜਾ ਇਨਸਾਨ ਨਜਾਇਜ਼ ਕਬਜ਼ਾ ਕਰ ਰਿਹਾ ਉਹਨੂੰ ਸਜ਼ਾ ਦਿੱਤੀ ਜਾਵੇ। ਫਿਰ ਹੋਇਆ ਕੀ? ਸਜ਼ਾ ਮਿਲੀ ਦੂਸਰੇ ਇਨਸਾਨ ਨੂੰ, ਪਰ ਇਹਦਾ ਕੋਈ ਨੁਕਸਾਨ ਨਹੀਂ ਹੋਇਆ, ਉਲਟਾ ਫਿਰ ਕਾਨੂੰਨ ਦੀ ਤਰਫੋਂ ਹੀ ਉਹਨੂੰ ਜੋ ਹਰਜਾਨਾ ਭਰਨਾ ਪਿਆ, ਜੁਰਮਾਨਾ ਭਰਨਾ ਪਿਆ। ਤਾਂ ਫਿਰ
ਉਹ ਮਹਾਤਮਾ ਬੁੱਧ ਕੋਲ ਜਾ ਕੇ ਉਹਨਾਂ ਧੰਨਵਾਦ ਕੀਤਾ ਕਿ ਤੁਹਾਡੇ ਇਹ ਥੋੜੇ ਜਿਹੇ ਗਿਆਨ ਨਾਲ ਮੇਰੀ ਜ਼ਿੰਦਗੀ ਬਦਲ ਗਈ। ਸੋ ਦੱਸਣਾ ਕੀ ਚਾਹੁੰਦੇ ਕਿ ਕਈ ਵਾਰ ਇਨਸਾਨ ਬਹੁਤ ਕੁਝ ਬੁਰਾ ਕਰਨਾ ਚਾਹੁੰਦਾ ਹੈ, ਪਰ ਜਦੋਂ ਸੰਤਾਂ ਗੁਰੂਆਂ ਰਹਿਬਰਾਂ ਦੇ ਦਰਸ਼ਨ ਕਰਦਾ ਹੈ, ਉਹਨਾਂ ਦੀ ਸੋਭਤ ਵਿੱਚ ਬਹਿੰਦਾ ਹੈ, ਤਾਂ ਫਿਰ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਮੈਨੂੰ ਕਰਮ ਕਿਹੜੇ ਕਰਨੇ ਚਾਹੀਦੇ ਹੈ ਜਿਹਦੇ ਨਾਲ ਮੇਰਾ ਮਸਲਾ ਵੀ ਹੱਲ ਹੋ ਜਾਂਦਾ ਹੈ, ਤਾਂ ਮੇਰੀ ਜ਼ਿੰਦਗੀ ਜਾਂ ਮੇਰੇ ਪਰਿਵਾਰ ਦੀ ਜ਼ਿੰਦਗੀ ਵੀ ਬਰਬਾਦ ਨਹੀਂ ਹੁੰਦੀ। ਇਸ ਲਈ ਤਾਂ ਹੀ ਕਿਹਾ ਕਿ ਜੀਵਨ 'ਚ ਸਤਸੰਗ ਦੇ ਵਿੱਚ ਆਉਣਾ ਜ਼ਰੂਰੀ ਹੈ, ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੇ ਵਚਨ ਸੁਣਨਾ ਜ਼ਰੂਰੀ ਹੈ। ਕਿਉਂਕਿ ਬਹੁਤ ਵਾਰ ਕੀ ਹੁੰਦਾ ਹੈ ਕਿ ਜਦੋਂ ਇਨਸਾਨ ਨੂੰ ਕਿਸੇ ਮੁਸ਼ਕਿਲ ਦਾ ਹੱਲ ਨਹੀਂ ਮਿਲਦਾ, ਤਾਂ ਸਤਸੰਗ 'ਚ ਬੈਠਣ ਨਾਲ, ਵਚਨ ਸੁਣਨ ਦੇ ਨਾਲ ਹੀ ਇਨਸਾਨ ਨੂੰ ਕਈ ਹੱਲ ਨਜ਼ਰ ਆਣੇ ਸ਼ੁਰੂ ਹੋ ਸਕਦੇ ਆ ਕਿ ਅਗਰ ਆਹ ਪ੍ਰੋਬਲਮ ਹੈ ਤਾਂ ਇਦਾਂ ਵੀ ਹੋ ਸਕਦਾ ਹੈ, ਆਹ ਵੀ ਹੋ ਸਕਦਾ ਹੈ। ਕਿਉਂਕਿ ਗਿਆਨ ਦਾ ਮਤਲਬ ਹੀ ਇਹ ਹੁੰਦਾ ਹੈ। ਗਿਆਨ ਕਿਹਨੂੰ ਕਹਿੰਦੇ ਹੈ ਕਿ ਅਗਰ ਅਸੀਂ ਦੁੱਖਾਂ, ਪਰੇਸ਼ਾਨੀਆਂ, ਚਿੰਤਾਵਾਂ ਦੇ ਵਿੱਚ ਜਕੜੇ ਹੋਏ ਆ ਨਾ, ਤਾਂ ਗਿਆਨ ਇੱਕ ਉਹ ਚਾਬੀ ਹੈ ਜਿਹੜੇ ਸਾਡੇ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਦੇ ਬੰਧਨਾਂ ਨੂੰ ਖੋਲਦਾ ਹੈ। ਉਹ ਹੈ ਗਿਆਨ ਜੋ ਸਾਨੂੰ ਹਰ ਮੁਸ਼ਕਿਲ ਚੋਂ ਕੱਢਦਾ ਹੈ, ਜੋ ਸਾਨੂੰ ਚਿੰਤਾਵਾਂ, ਤਕਲੀਫਾਂ, ਦੁੱਖਾਂ ਚੋਂ ਬਾਹਰ ਕੱਢ ਕੇ ਖੁਸ਼ੀ ਨਾਲ ਜੀਣ ਦੀ ਕਲਾ ਸਿਖਾਉਂਦਾ ਹੈ। ਉਹ ਹੈ ਸੰਤਾਂ, ਗੁਰੂਆਂ, ਰਹਿਬਰਾਂ, ਫਕੀਰਾਂ ਦਾ ਗਿਆਨ। ਇਸ ਲਈ ਸੰਤ ਪਲਟੂ ਦਾਸ ਦੱਸਦੇ ਹੈ ਕਿ ਕਰਮ ਜਲੇ ਸਤਸੰਗ ਮੇਂ, ਕਿ ਅਗਰ ਤੇਰੇ ਜੀਵਨ 'ਚ ਕੋਈ ਦੁੱਖ ਹੈ, ਕੁਝ ਪਰੇਸ਼ਾਨੀਆਂ ਹੈ, ਤਾਂ ਸਤਸੰਗ ਵਿੱਚ ਆ, ਕਿਉਂਕਿ ਉੱਥੇ ਬੈਠਣ ਨਾਲ ਹੀ ਇਹ ਤੇਰੇ ਪਿਛਲੇ ਕਰਮ ਸਾਫ਼ ਹੋਣੇ ਹੈ। ਕਿਉਂਕਿ ਤੇਰੀ ਸੋਚ ਬਦਲੀ ਤਾਂ ਕਰਮ ਵੀ ਬਦਲ ਗਏ। ਪਹਿਲਾਂ ਉਹਦਾ ਕਰਮ ਸੀ ਕ੍ਰੋਧ ਨਾਲ ਕਤਲ ਕਰਨ ਦਾ, ਪਰ ਮਹਾਤਮਾ ਬੁੱਧ ਮਿਲੇ, ਵਚਨ ਸੁਣੇ, ਤਾਂ ਫਿਰ ਉਹਦੇ ਅੰਦਰ ਸ਼ਾਂਤੀ ਆ ਗਈ, ਕਰਮ ਬਦਲ ਗਿਆ। ਤਾਂ ਜੇ ਮਹਾਤਮਾ ਬੁੱਧ ਨਾ ਮਿਲਦੇ ਤਾਂ ਫਿਰ ਕੀ ਹੋਣਾ? ਜਰਾ ਸੋਚੋ, ਫਿਰ ਕਿਹੜਾ ਕਰਮ ਉਹਨਾਂ ਕਰਨਾ ਸੀ? ਕਤਲ ਕਰਨਾ ਸੀ, ਪਾਪ ਕਰਮ ਕਰਨਾ ਸੀ, ਤਾਂ ਸਜ਼ਾ ਵੀ ਪਾਣੀ ਸੀ। ਪਰ ਸੰਤਾਂ ਦੀ ਸੋਭਤ ਦੇ ਨਾਲ ਹੀ ਉਹਦੀ ਜ਼ਿੰਦਗੀ ਵੀ ਬਚ ਗਈ, ਤਾਂ ਉਹਨੂੰ ਉਹਦਾ ਹੱਕ ਵੀ ਮਿਲ ਗਿਆ। ਇਹੀ ਕਰਮ ਹੁੰਦੇ ਆ ਕਿ ਗੁਰੂ ਰਹਿਬਰ ਸਾਡੀ ਕਰਨੀ ਨੂੰ ਬਦਲਦੇ ਆ। ਔਰ ਕਰਨੀ ਕਦੋਂ ਬਦਲਦੀ? ਜਦੋਂ ਸਾਡੀ ਕੀ ਬਦਲਦੀ ਹੈ? ਸੋਚ। और एक गल इत्थे कहना चाहांगे कि जो अपनी सोच नहीं बदल सकता वो जिंदगी को क्या बदलेगा? जेड़ा इत्थे अपने विचारां नूं नहीं बदल सकता उन्हें अपनी जिंदगी नूं की बदलना है। इसलिए जिंदगी उहदी बदलदी है जेड़ा अपने विचारां नूं बदलण वास्ते तैयार है। जे मेरे अंदर नफरत दे विचार है, हुण गौर करना, जे मेरे अंदर नफरत दे विचार है और मैं वो नफरत के विचारों को प्रेम के विचारों च नहीं बदल सकता तो मेरे जीवन च बदलाव कभी आना ही नहीं। क्योंकि नफरत को लैके चलांगे तो ये बुरा लैके चलांगे तो अगे फल भी तो वही मिलना ना। पर जे असी अपने नफरत के विचारों को प्रेम के विचारों च बदल दिता, क्रोध के विचारों को शांति में बदल दिता, तो जिद्दे विचार बदले साडी बाहरों जिंदगी भी बदल जाती है। बदलती है या नहीं? क्योंकि गल तो सारी इत्थों शुरू होती है, गल तो सारी अंदरों शुरू होती है। इसलिए अंदर नूं सब तो पहला कंट्रोल करना सीखो। और यही नूं कहंदे है, इत्थे फिर कहांगे कि इंसान दे अंदर ना आत्मा, बुद्धि, मन और फिर इंद्रियां यानी शरीर, ये 4 स्टेजेस होंदियां है। जरा समझना सारियां ने। हुण जिहड़ा समझदार इंसान हुंदा है ओहदी आत्मा बुद्धि दे नाल चलदी है कि वो कोई भी कर्म करन तो पहला ज्ञान, बुद्धि, विवेक की कि मेरे वास्ते अच्छा की है, मेरे वास्ते बुरा की है, ये विचार के वो कर्म करता है। पर जिहड़ा मन ना इंद्रियां दे पिछे लगा होवे, वो इंद्रियां दा स्वाद देखदा कि आह चीज स्वाद है, ये कर्म करना है, इहदा रिजल्ट की आंदा ओहदी फिक्र उहनूं हुंदी नहीं। वो इंसान हमेशा दुखी रहिंदा है। जिद्दां फर्ज करो क्रोध आया, एक क्रोध आया तो इंद्रियां कहंदियां फड़ ले दी तौण, फड़ ले दी गर्दन, मैनूं तां मजा आना जदों दी गर्दन मरोड़ूं। हुण इंद्रियां नूं मजा कदों आना? जदों गुस्सा आया तो जिहदी वजह नाल गुस्सा है दी गर्दन मरोड़ दे। पर उहदे नाल हुंदा की है? फिर सारी जिंदगी वास्ते जेल या फिर सजा। तो फिर बाद चों बंदा पछतांदा इंद्रियां दी मनण दी बजाय काश मैं थोड़ा विचार कीता हुंदा तो मैनूं ये सजा ना मिलदी। हुण कई बार असीं दस्सिया है कि बंदा अपनी इंद्रियां दे स्वाद दे पिछे लग के ना वो चीज़ां भी खा लैंदा है जिहड़ियां ओहदी सेहत वास्ते अच्छियां। जरा सोच के देखो, डिमांड इंद्रियां दी हुंदी, पर इंद्रियां तो उपर बुद्धि है, विवेक है, ज्ञान है। जिहड़ा इंसान ज्ञान के लैवल तक पहुंच जाता है ना, वो ये नहीं देखता कि इंद्रियां नूं की चंगा लगता है। वो कहता मेरे वास्ते जो ठीक है मैं वो करना, इंद्रियां जो मर्जी मंगण, मन जो मर्जी मंगे। समझदे हो कि नहीं? मन कहे मैं आ करना है, मैनूं इच मजा आंदा है, पर विवेक कहता है ठीक है इच मन नूं मजा आंदा पर ये मेरी लाइफ वास्ते, मेरे जीवन वास्ते चंगा। हुण जिहड़ा इंसान ना कहते जुआरी हुंदा है, ਉਹਦੇ मन ਨੂੰ जुआ खेलण च मजा आंदा है, पर पता है ये जुआ मेरी जिंदगी नूं, मेरे जीवन नूं बर्बाद करने वाला है। ਇਹਦੀ वजह नाल मेरा घर, मेरा परिवार, मेरा सब कुछ विक सकता है।
ਪਰ ਫਿਰ ਵੀ ਆਪਣੀ ਇੰਦਰੀਆਂ ਦੇ ਮਜ਼ੇ ਨੂੰ ਪੂਰਾ ਕਰਨ ਦੀ ਖਾਤਰ ਮਨ ਦੇ ਮਗਰ ਲੱਗ ਕੇ ਉਹ ਵਿਵੇਕ ਨਾਲ ਕੰਮ ਨਹੀਂ ਲੈਂਦਾ ਤਾਂ ਆਪਣੇ ਆਪ ਨੂੰ ਦੁੱਖਾਂ 'ਚ ਕਹਿ ਦਿਓ ਪਾ ਲੈਂਦਾ ਹੈ। ਤਾਂ ਜਿਹੜਾ ਸਮਝਦਾਰ ਹੋਏਗਾ ਉਹਦੇ ਸਾਹਮਣੇ ਜਿੰਨੇ ਮਰਜ਼ੀ ਜੁਆਰੀ ਜੂਆ ਖੇਡਦੇ ਹੋਣ, ਉਹ ਕਹਿੰਦਾ ਮੈਨੂੰ ਪਤਾ ਹੈ ਇਹ ਲੱਤ ਮਾੜੀ ਹੈ, ਇਹ ਕਰਮ ਮਾੜਾ ਹੈ। ਉਹ ਆਪਣੇ ਵਿਵੇਕ ਦੇ ਜ਼ਰੀਏ ਉਹ ਚੀਜ਼ ਤੋਂ ਇੱਕ ਪਾਸੇ ਹੋ ਕੇ ਨਿਕਲ ਜਾਂਦਾ। ਉਹਦੇ ਮੋਰੇ ਸ਼ਰਾਬ ਰੱਖੀ ਹੋਵੇ, ਉਹਦੇ ਮੋਰੇ ਕੋਈ ਨਸ਼ਾ ਰੱਖਿਆ ਹੋਵੇ, ਜਿੱਥੇ ਵਿਵੇਕ ਕੰਮ ਕਰਦਾ ਨਾ ਤਾਂ ਵਿਵੇਕ ਪਹਿਲੇ ਹੀ ਕਰ ਲੈਂਦਾ ਇਹ ਚੀਜ਼ ਮੇਰੀ ਜ਼ਿੰਦਗੀ ਵਾਸਤੇ, ਮੇਰੀ ਸਕਸੈਸ ਵਾਸਤੇ, ਮੇਰੀ ਖੁਸ਼ੀ ਵਾਸਤੇ ਜ਼ਹਿਰ ਦੀ ਤਰ੍ਹਾਂ ਹੈ ਕਿ ਅਗਰ ਇਹ ਚੀਜ਼ ਮੇਰੀ ਜ਼ਿੰਦਗੀ ਚਾਹੀ ਤਾਂ ਨਾ ਮੇਰੀ ਖੁਸ਼ੀ ਨੂੰ ਵੀ ਤਬਾਹ ਕਰਨਾ ਹੈ, ਮੇਰੀ ਜ਼ਿੰਦਗੀ ਨੂੰ ਵੀ ਬਰਬਾਦ ਕਰਨਾ ਹੈ, ਮੇਰੇ ਪਰਿਵਾਰ 'ਚ ਵੀ ਦੁੱਖ ਲੈ ਕੇ ਆਣੇ ਆ। ਇਸ ਲਈ ਵਿਵੇਕ ਕਹਿੰਦਾ ਇੱਥੋਂ ਬਚ ਕੇ ਨਿਕਲ ਜਾ। ਔਰ ਇਹਦੇ ਨਾਲ ਕੀ ਹੁੰਦਾ ਹੈ? ਵਿਵੇਕ ਕਿੱਧਰ ਚਲੇਗਾ? ਵਿਵੇਕ ਕਹੇਗਾ ਕੁਝ ਅੱਛਾ ਕਰ ਜਿਹਦੇ ਨਾਲ ਸਰੀਰ ਮਜ਼ਬੂਤ ਹੋਵੇ, ਕੁਝ ਅੱਛਾ ਸੁਣ ਜਿਹਦੇ ਨਾਲ ਮਨ ਮਜ਼ਬੂਤ ਹੋਵੇ, ਉਹ ਮੈਡੀਟੇਸ਼ਨ ਕਰ ਜਿੰਨਾ ਆਤਮਾ ਪਰਮਾਤਮਾ ਦੇ ਰੂਪ 'ਚ ਬਦਲੇ। ਇਸ ਲਈ ਗੁਰੂਆਂ ਰਹਿਬਰਾਂ ਦੇ ਕੋਲ ਬੈਠ ਕੇ ਹੀ ਸਾਨੂੰ ਵਿਵੇਕ ਯਾਨੀ ਗਿਆਨ ਪ੍ਰਾਪਤ ਹੁੰਦਾ ਹੈ। ਇਸ ਲਈ ਸੰਤ ਪਲਟੂ ਦਾਸ ਨੇ ਕਿਹਾ ਕਿ ਕਰਮ ਜਲੇ ਸਤਸੰਗ ਮੇ ਜੋ ਅਗਨੀ ਮਾਹੀ ਕਪਾਸ। ਇਸ ਲਈ ਅੱਜ ਤੋਂ ਤੁਹਾਨੂੰ ਵੀ ਕਹਾਂਗੇ ਕਿ ਇੰਦਰੀਆਂ ਯਾਨੀ ਸਰੀਰ, ਔਰ ਉਸ ਤੋਂ ਬਾਅਦ ਆ ਗਿਆ ਮਨ, ਉਸ ਤੋਂ ਬਾਅਦ ਆ ਗਿਆ ਸਾਡਾ ਵਿਵੇਕ, ਉਸ ਤੋਂ ਅੱਗੇ ਆਤਮਾ। ਹੁਣ ਅਸੀਂ ਨਾ ਇਹ ਇੰਦਰੀਆਂ ਦੇ ਲੈਵਲ ਤੋਂ ਮਨ ਤੱਕ ਔਰ ਮਨ ਦੇ ਲੈਵਲ ਤੋਂ ਵਿਵੇਕ ਤੱਕ ਪਹੁੰਚਣਾ ਹੈ। ਔਰ ਉਹ ਕਿੱਦਾਂ ਪਤਾ ਲੱਗੇਗਾ ਸਾਨੂੰ? ਕਿ ਜਦੋਂ ਕੋਈ ਵੀ ਕਰਮ ਕਰਨ ਲੱਗਿਆ ਅਸੀਂ ਇਹ ਨਹੀਂ ਦੇਖਣਾ, ਜਿੱਦਾਂ ਹੁਣ ਫਿਰ ਕਵਾਂਗੇ ਕਿ ਜਵਾਨ ਨੂੰ ਸਵਾਦ ਲੱਗਦੀ ਹੈ। ਹੁਣ ਫਰਜ਼ ਕਰੋ ਦੋ ਚੀਜ਼ਾਂ ਪਈਆਂ, ਇੱਕ ਜਿਹੜਾ ਸਲਾਦ ਪਿਆ ਹੈ ਔਰ ਦੂਜੀ ਜਗ੍ਹਾ ਪੀਜ਼ਾ ਬਰਗਰ ਕੁਛ ਇਦਾਂ ਚੀਜ਼ ਪਈ ਹੈ। ਸਮਝਾਉਣ ਵਾਸਤੇ ਉਦਾਹਰਨ ਦੇ ਰਹੇ ਹਾਂ। ਹੁਣ ਮਨ ਨੇ ਕੀ ਕਹਿਣਾ ਹੈ? ਯਾਰ ਸਲਾਦ ਕੋਈ ਖਾਣ ਵਾਲੀ ਚੀਜ਼ ਹੈ, ਘਾਸ ਫੂਸ, ਆਹ ਖਾ ਪੀਜ਼ਾ, ਇਹ 'ਚ ਸਵਾਦ। ਪਰ ਵਿਵੇਕਵਾਨ ਕੀ ਕਹੇਗਾ ਕਿ ਭਾਈ ਠੀਕ ਹੈ ਸਵਾਦ, ਇਹਨੂੰ ਘਾਸ ਫੂਸ ਦੁਨੀਆ ਕਹਿੰਦੀ ਹੈ, ਪਰ એનર્ਜੀ, ਜੀਵਨ ਸ਼ਕਤੀ ਬਿਹਤਰ ਤਾਂ ਮੇਰੇ ਵਾਸਤੇ ਇਹੀ ਹੈ ਕਿਉਂਕਿ ਇਹਦੇ ਨਾਲ ਮੈਨੂੰ ਫਾਇਦਾ ਹੈ। ਇਸ ਲਈ ਵਿਵੇਕਵਾਨ ਇੰਦਰੀਆਂ ਮਗਰ ਨਹੀਂ ਜਾਂਦਾ, ਮਨ ਦੇ ਸਵਾਦਾਂ ਮਗਰ ਨਹੀਂ ਜਾਂਦਾ। ਉਹ ਜਾਂਦਾ ਹੈ ਕਿ ਮੇਰੇ ਵਾਸਤੇ ਅੱਛਾ ਕੀ ਹੈ। ਜੇ ਤਾਂ ਫਿਰ ਕਹਾਂਗੇ ਕਿ ਜਿਹੜਾ ਮਨਮੁਖੀ ਇਨਸਾਨ ਹੈ ਉਹ ਕਹਿੰਦਾ ਮੇਰੀ ਇੱਛਾ ਕੀ ਹੈ ਉਹ ਮਿਲੇ, ਤਾਂ ਜਿਹੜਾ ਵਿਵੇਕਵਾਨ ਕਹਿੰਦਾ ਜੋ ਮੇਰੇ ਵਾਸਤੇ ਅੱਛਾ ਮੈਂ ਉਹ ਕਰਨਾ ਹੈ। ਇੱਛਾਵਾਂ ਤਾਂ ਲੱਖਾਂ ਹੀ ਹੁੰਦੀਆਂ ਹੈ, ਪਲ ਪਲ ਬਦਲਦੀਆਂ ਹੈ। ਕਦੀ ਗੌਰ ਕਰਕੇ ਦੇਖਣਾ, ਤੁਸੀਂ ਜ਼ਿਆਦਾ ਮਿੱਠਾ ਖਾ ਲਓ ਤਾਂ ਮਨ ਨੇ ਕਹਿਣਾ ਨਮਕੀਨ ਲਿਆ, ਨਮਕੀਨ ਖਾ ਲਓ ਮਨ ਨੇ ਕਹਿਣਾ ਮਿੱਠਾ ਲਿਆਓ। ਇੱਦਾਂ ਰੀਤ ਚੱਲਦੀ ਰਹਿੰਦੀ ਹੈ। ਮਿੱਠਾ ਖਾ ਲਓ ਨਮਕੀਨ ਆ ਜਾਏ, ਨਮਕੀਨ ਆ ਜਾਏ ਮਿੱਠਾ ਆ ਜਾਵੇ, ਉਹ ਮਨ ਪਲ ਪਲ ਬਦਲਦਾ ਰਹਿੰਦਾ ਹੈ। ਪਰ ਵਿਵੇਕਵਾਨ ਕਹਿੰਦਾ ਭਾਈ ਜੇ ਮਿੱਠਾ ਮੇਰੇ ਵਾਸਤੇ ਚੰਗਾ ਨਹੀਂ ਤਾਂ ਮੈਂ ਖਾਣਾ ਹੀ ਨਹੀਂ, ਨਮਕੀਨ ਜ਼ਿਆਦਾ ਮੇਰੇ ਵਾਸਤੇ ਅੱਛਾ ਨਹੀਂ ਤਾਂ ਮੈਂ ਖਾਣਾ ਹੀ ਨਹੀਂ, ਕਿਉਂਕਿ ਮੈਂ ਸਵਾਦ ਲੈਣ ਵਾਸਤੇ ਨਹੀਂ ਦੁਨੀਆ ਤੇ ਆਇਆ, ਮੈਂ ਆਪਣੇ ਆਪ ਨੂੰ ਬਿਹਤਰ ਬਣਾਉਣ ਵਾਸਤੇ ਆਇਆ, ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਆਇਆ ਹਾਂ, ਮੈਂ ਆਪਣੇ ਆਪ ਨੂੰ ਕਿਸੇ ਉੱਚੇ ਲੈਵਲ ਤੇ ਲੈ ਕੇ ਜਾਣ ਵਾਸਤੇ ਆਇਆ ਹਾਂ। ਔਰ ਉੱਚੇ ਲੈਵਲ ਤੇ ਉਹੀ ਜਾਏਗਾ ਜਿਹੜਾ ਆਪਣੇ ਮਨ ਦੇ ਪਿੱਛੇ ਲੱਗਣ ਦੀ ਬਜਾਏ ਵਿਵੇਕ ਨਾਲ ਕੰਮ ਲਏਗਾ ਕਿ ਆਤਮਾ ਨੂੰ ਪਕੜਾਂ, ਜੋ ਮੇਰੀ ਆਤਮਾ ਦੀ ਖੁਸ਼ੀ ਹੈ, ਕਿਉਂਕਿ ਆਤਮਾ 'ਚ ਹੀ ਪਰਮਾਤਮਾ ਹੈ। ਇਸ ਲਈ ਅੱਜ ਤੋਂ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਵਿਚਾਰ ਕਰਿਆ ਕਰੋ, ਅੱਜ ਜੋ ਕਰਨ ਲੱਗਾ ਆ ਇਹ ਮੇਰੇ ਵਾਸਤੇ ਅੱਛਾ ਹੈ ਜਾਂ ਮਾੜਾ, ਮੈਂ ਜੋ ਖਾਣ ਲੱਗਾ ਮੇਰੇ ਵਾਸਤੇ ਅੱਛਾ ਹੈ ਜਾਂ ਮਾੜਾ। ਅਗਰ ਇੰਨਾ ਹੀ ਤੁਸੀਂ ਵਿਚਾਰ ਕਰ ਲਿਆ ਤਾਂ ਸਮਝ ਲਓ ਤੁਹਾਡਾ ਵਿਵੇਕ ਜਾਗ ਰਿਹਾ ਹੈ। ਤਾਂ ਜੇ ਤੁਸੀਂ ਅੱਖਾਂ ਬੰਦ ਕਰਕੇ ਆ ਲੈ ਵੀ ਤਮਾਕੂ ਹੈ ਮਲਦੇ ਯਾਰ ਫੇਰ ਕੀ ਹੈ ਮਾਰ ਲਾ ਫੱਕਾ, ਇਹਦਾ ਮਤਲਬ ਵਿਵੇਕ ਤਾਂ ਹੈ ਹੀ ਨਹੀਂ, ਫਿਰ ਤਾਂ ਮੂਰਖ ਹੋ। ਇਸੇ ਲਈ ਤਾਂ ਸਵਾਮੀ ਵਿਵੇਕਾਨੰਦ ਜੀ ਨੇ ਵੀ ਕਿਹਾ ਕਿ ਵਿਵੇਕਹੀਨ ਇਨਸਾਨ ਮੁਰਦੇ ਦੇ ਸਮਾਨ, ਉਹਦੀ ਜ਼ਿੰਦਗੀ ਮੁਰਦੇ ਦੇ ਸਮਾਨ ਹੈ। ਕਿਉਂ? ਕਿਉਂਕਿ ਵਿਵੇਕਵਾਨ ਨੂੰ ਸਮਝ ਹੀ ਨਹੀਂ ਹੈ ਕਿ ਮੈਂ ਆਪਣੇ ਅੰਦਰ ਕੀ ਪਾ ਰਿਹਾ, ਮੈਂ ਖਾ ਕੀ ਰਿਹਾ, ਮੈਂ ਸੁਣ ਕੀ ਰਿਹਾ, ਮੈਂ ਬੋਲ ਕੀ ਰਿਹਾ ਹਾਂ, ਮੈਂ ਕਰ ਕੀ ਰਿਹਾ ਹਾਂ, ਉਹਨੂੰ ਪਤਾ ਹੀ ਨਹੀਂ ਹੈ। ਔਰ ਵਿਵੇਕਵਾਨ ਇਨਸਾਨ ਖਾਣ ਪੀਣ ਸੌਣ ਕਰਮ ਕਰਨ ਤੋਂ ਪਹਿਲਾਂ ਵਿਚਾਰ ਕਰਦਾ ਕਿ ਮੇਰੇ ਵਾਸਤੇ, ਮੇਰੀ ਜ਼ਿੰਦਗੀ ਵਾਸਤੇ, ਮੇਰੀ ਲਾਈਫ ਵਾਸਤੇ ਅੱਛਾ ਕੀ ਹੈ ਤਾਂ ਮਾੜਾ ਕੀ ਹੈ। ਹੁਣ ਸੱਚ ਦੱਸੋ, ਅਗਰ ਇੱਕ ਸਵਾਲ ਪੁੱਛੀਏ ਤੁਹਾਨੂੰ, ਇੱਕ ਸਵਾਲ ਪੁੱਛੀਏ ਕਿ ਅਗਰ ਇਨਸਾਨ ਦੇ ਨਾ ਇੱਥੇ ਜਿੱਦਾਂ ਇਹ ਗੇਮਾਂ 'ਚ ਦੇਖੀਦੇ ਨਾ ਮੀਟਰ ਲੱਗੇ ਹੁੰਦੇ, 2 ਮੀਟਰ ਲੱਗੇ ਹੁੰਦੇ, ਲੈਵਲ ਅਪ ਡਾਊਨ ਹੁੰਦਾ એનર્ਜੀ ਦਾ, ਸਮਝਦੇ ਹੋ ਕਿ ਨਹੀਂ? ਇੱਦਾਂ ਹੀ ਅਗਰ ਇਨਸਾਨ ਦੇ ਉੱਪਰ ਨਾ ਲੈਵਲ ਜਿਹਾ ਲੱਗਾ ਹੋਵੇ ਕਿ ਭਾਈ ਜੇ ਤੂੰ ਸਿਗਰਟ ਪੀਤੀ એનર્ਜੀ ਲੈਵਲ ਘਟ ਗਿਆ, ਜੇ ਤੂੰ ਬੁਰੀ ਚੀਜ਼ ਖਾਧੀ એનર્ਜੀ ਲੈਵਲ ਘਟ ਗਿਆ, ਤੇਰੀ ਲਾਈਫ ਲਾਈਨ ਘਟ ਗਈ। ਜਿੱਦਾਂ ਗੇਮਾਂ 'ਚ ਹੁੰਦੀ ਨਾ ਕੋਈ ਪਲੇਅਰ ਹੁੰਦਾ, ਉਹਨੂੰ ਇੱਕ ਮਿਲੀ ਹੁੰਦੀ ਲਾਈਨ ਜੀ, ਜਿਹਦੀ ਪੂਰੀ ਫੁੱਲ ਹੈ ਤਾਂ ਕਹਿੰਦੇ એનર્ਜੀ ਫੁੱਲ ਹੈ, ਇਹਦੀ ਲਾਈਫ ਫੁੱਲ ਹੈ, ਪਰ ਗੋਲੀ ਲੱਗ ਗਈ ਉਹ ਲਾਈਫ ਘਟ ਗਈ, ਫਿਰ 3-4 ਗੋਲੀਆਂ ਵੱਜਦੇ ਲਾਈਫ ਪੂਰੀ ਖਾ ਲਈ ਤਾਂ ਬੰਦਾ ਮਰ ਗਿਆ, ਕਹਿੰਦੇ ਗੇਮ ਓਵਰ। ਹੁਣ ਅਗਰ ਬੰਦੇ ਦੇ ਵੀ ਇੱਥੇ ਨਾ ਇੱਕ ਲੈਵਲ ਜਿਹਾ ਲੱਗਾ ਹੋਵੇ એનર્ਜੀ ਦਾ ਕਿ ਲੈ ਵੀ ਮੈਂ ਇੱਕ ਬੀੜੀ ਪੀਤੀ ਮੇਰਾ એનર્ਜੀ ਲੈਵਲ ਘਟ ਗਿਆ, ਪਰ ਉਹਦੇ 'ਚ ਬੂਸਟਰ ਵੀ ਹੁੰਦੇ ਆ
ਪਰ ਜੇ ਮੈਂ ਧਿਆਨ ਕੀਤਾ ਮੇਰਾ એનર્ਜੀ ਲੈਵਲ ਵੱਧ ਗਿਆ। ਹੁਣ ਮੈਂ ਆ ਸ਼ਰਾਬ ਪੀਤੀ, ਇਹ ਨੁਕਸਾਨ ਦੇਣ ਵਾਲੀ ਅੰਦਰ ਗਈ ਤਾਂ ਮੇਰਾ એનર્ਜੀ ਲੈਵਲ ਲਾਈਫ ਲੈਵਲ ਘਟ ਗਿਆ। ਪਰ ਮੈਂ ਜੂਸ ਦਾ ਗਲਾਸ ਪੀਤਾ, ਚੰਗੀ ਚੀਜ਼ ਪੀਤੀ, એનર્ਜੀ ਲੈਵਲ ਵੱਧ ਗਿਆ। ਆ ਮੈਂ ਕਿਸੇ ਨਾਲ ਝਗੜਾ ਕੀਤਾ, ਗੁੱਸਾ ਕੀਤਾ ਤਾਂ ਗੁੱਸਾ ਕਰਨ ਨਾਲ ਮੇਰਾ એનર્ਜੀ ਲੈਵਲ ਡਾਊਨ ਹੋ ਗਿਆ। ਆ ਮੈਂ ਕਿਸੇ ਨੂੰ ਹਸਾਇਆ, ਖੁਦ ਵੀ ਹੱਸਿਆ, ਪਿਆਰ ਦੀ ਗੱਲ ਕੀਤੀ, ਖੁਸ਼ੀ ਦੀ ਗੱਲ ਕੀਤੀ, એનર્ਜੀ ਲੈਵਲ, ਤਾਂ ਸੋਚੋ ਜਰਾ ਜ਼ਿੰਦਗੀ ਦਾ ਮਜ਼ਾ ਕੀ ਹੋਣਾ ਸੀ। ਫਿਰ ਬੰਦੇ ਨੂੰ ਉੱਥੇ ਪਤਾ ਲੱਗਣਾ ਸੀ। ਕਾਸ਼ ਪਰਮਾਤਮਾ ਦਾ ਇੱਕ ਮੀਟਰ ਲਾ ਕੇ ਭੇਜ ਦੇਵੇ ਕਿ ਭਾਈ ਨਸ਼ਾ ਕਰੇਗਾ ਤਾਂ ਡਾਊਨ ਹੋ ਰਿਹਾ ਤੇਰੀ ਲਾਈਫ। ਜਿਹੜਾ ਤੂੰ 100 ਸਾਲ ਜੀ ਸਕਦਾ ਸੀ 50 ਸਾਲਾਂ 'ਚ ਮਰ ਜਾਣਾ ਤੂੰ ਬੁਰੇ ਕੰਮ ਕਰਕੇ। ਸਮਝਦੇ ਹੋ ਕਿ ਨਹੀਂ? ਫਿਰ ਤਾਂ ਇਨਸਾਨ ਦੀ ਜ਼ਿੰਦਗੀ ਹੀ ਕੁਛ ਹੋਰ ਹੋ ਜਾਣੀ ਸੀ। ਪਰ ਹੁਣ ਇੱਥੇ ਹੀ ਸਾਨੂੰ ਵਿਵੇਕ ਦਿੱਤਾ ਗਿਆ ਹੈ ਕਿ ਲੈਵਲ ਤਾਂ ਪ੍ਰਮਾਤਮਾ ਨੇ ਨਹੀਂ ਲਾਏ ਸਾਡੀ ਬਾਡੀ ਤੇ, ਕਿਉਂਕਿ ਉਹ ਤਾਂ ਗੇਮ ਦੇ ਵਿੱਚ ਹੈ। ਪਰ ਪ੍ਰਮਾਤਮਾ ਨੇ ਸਾਨੂੰ ਵਿਵੇਕ ਇੱਦਾਂ ਦਾ ਜ਼ਰੂਰ ਦਿੱਤਾ ਹੈ ਕਿ ਜੋ ਸਮਝ ਸਕੇ ਕਿ ਆਹ ਕੰਮ ਮੈਂ ਕਰ ਰਿਹਾ, ਇਹ ਮੇਰੀ ਖੁਸ਼ੀ ਦੇ ਲੈਵਲ ਨੂੰ, ਮੇਰੀ ਹੈਲਥ ਦੇ ਲੈਵਲ ਨੂੰ, ਸਿਹਤ ਦੇ ਲੈਵਲ ਨੂੰ ਘਟਾਉਣ ਵਾਲੇ ਹੈ। ਭਾਈ ਇਹਨਾਂ ਤੋਂ ਬਚਣਾ ਹੈ। ਜਿੱਦਾਂ ਗੇਮ 'ਚ ਬਚਦੇ ਆ ਨੇ ਅਸੀਂ, ਆਹ ਦੁਸ਼ਮਣ ਹੈ, ਗੋਲੀ ਲੱਗ ਗਈ ਤਾਂ ਲੈਵਲ ਘਟ ਜਾਣਾ ਮੇਰਾ, ਇਹ ਤੋਂ ਬਚਾਂ ਮੈਂ। ਇਦਾਂ ਹੁੰਦੀ ਹੈ ਕਿ ਨਹੀਂ? ਬਸ ਇੱਦਾਂ ਹੀ ਸਮਝਿਆ ਕਰੋ। ਆ ਬੁਰੀਆਂ ਖੁਰਾਕਾਂ, ਜੰਕ ਫੂਡ ਹੋ ਗਿਆ, ਆ ਬੁਰੀਆਂ ਗੱਲਾਂ ਹੋ ਗਈਆਂ, ਨਿੰਦਿਆ ਚੁਗਲੀ ਹੋ ਗਈ, ਲੜਾਈ ਝਗੜੇ ਹੋ ਗਏ, ਫਸਾਦ ਹੋ ਗਏ, ਬਹਿਸਬਾਜ਼ੀ ਹੋ ਗਈ, ਜਾਂ ਮਾੜੇ ਕਰਮ ਹੋ ਗਏ, ਨਸ਼ੇ ਹੋ ਗਏ। ਇਹ ਉਹੀ ਦੁਸ਼ਮਣ ਹੈ ਕਿ ਜਿਹਨਾਂ ਤੋਂ ਬਚ ਕੇ ਮੈਂ ਨਿਕਲਣਾ ਤਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਗੇਮ 'ਚ ਵਿਨ ਕਰ ਸਕਾਂ। ਵਿਨ ਯਾਨੀ ਜਿੱਤ ਸਕਾਂ, ਮੈਂ ਖੁਸ਼ੀ ਦੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਾਂ। ਸੋ ਅੱਜ ਤੋਂ ਵਿਵੇਕ ਨੂੰ ਯੂਜ਼ ਕਰਨਾ, ਠੀਕ ਹੈ? ਸਮਝ ਆ ਗਈ ਕਿ ਨਹੀਂ? ਕਿਉਂਕਿ ਫਿਰ ਕੀ ਹੋਣਾ ਹੈ? ਪਰਦਾ ਹਟੇ ਅਗਿਆਨ ਕਾ, ਇਹੀ ਤਾਂ ਅਗਿਆਨ ਹੈ। ਵਿਵੇਕਹੀਨਤਾ ਹੀ ਤਾਂ ਅਗਿਆਨ ਹੈ। ਔਰ ਜਦੋਂ ਵਿਵੇਕ ਇਨਸਾਨ ਦੇ ਅੰਦਰ ਆ ਜਾਂਦਾ ਤਾਂ ਫਿਰ ਇਨਸਾਨ ਨੂੰ ਪਤਾ ਲੱਗਦਾ, ਜਿੱਦਾਂ ਸੰਤ ਪਲਟੂ ਦਾਸ ਜੀ ਕਹਿੰਦੇ ਹੈ, ਪਰਦਾ ਹਟੇ ਅਗਿਆਨ ਕਾ ਤੋ ਸਾਹਿਬ ਹੈ। ਕੋਈ ਪ੍ਰਮਾਤਮਾ ਤੁਹਾਡੇ ਤੋਂ ਕਿੱਥੇ ਹੈ? ਪ੍ਰਮਾਤਮਾ ਦੂਰ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਅਸੀਂ ਇੱਕ ਸ਼ੇਰ ਕਹੀਦਾ ਹੈ ਕਿ ਕੌਣ कहता है तेरी रब से जुदाई होगी, कौन कहता है तेरी रब से जुदाई होगी, जे अफवाह किसी मूर्ख ने उड़ाई होगी। किसी मूर्ख ने किया है रब ते तो दूर है। ਜਿਹੜੇ ਸਮਝਦਾਰ ਹੈ ਉਹ ਕਦੀ ਨਹੀਂ ਕਹਿਣਗੇ ਕਿ ਰੱਬ ਤੇ ਤੋਂ ਦੂਰ ਹੈ, ਉਹ ਤਾਂ ਕਹਿਣਗੇ ਰੱਬ ਤੇਰੇ ਅੰਦਰ ਹੈ। ਇਸ ਕਰਕੇ ਜਿਹੜਾ ਕਹੇ ਨਾ ਰੱਬ ਦੂਰ ਹੈ, ਜੇ ਅਫਵਾਹ ਕਿਸੇ ਮੂਰਖ ਨੇ, ਮੂਰਖ ਦਾ ਮਤਲਬ ਜਿਹਨੂੰ ਸਮਝ ਹੀ ਨਹੀਂ ਹੈ ਕਿ ਰੱਬ ਕਿੱਥੇ ਹੈ। इसलिए कौन कहता है तेरी रब से जुदाई होगी, ये अफवाह किसी मूर्ख ने उड़ाई होगी। मैंने तो उस रब को सीने में छुपा रखा है, आ पकड़ हाथ मेरा फिर तेरी सारी ये खुदाई होगी। कि जिन्हां ने रब नूं अपने अंदर छुपा के रखिया ना, इत्थे वो कहंदे साडा हथ फड़, और रब की है पूरी दुनिया तेरी हो जाएगी।